बिस्मिल्लाहिर्रहमानिर्रहीम अस्सलाम वालेकुम। प्रोग्राम रियाली दे नाल डॉक्टर महमूद कुरैशी तुहाडी खिदमत 'ਚ हाज़र है। नाज़रीन, ਅਸੀਂ ਅੱਜ ਗੱਲ ਕਰਾਂਗੇ ਧਾਨ ਦੀ ਪੈਦਾਵਾਰ, ਧਾਨ ਦੀ ਕਾਸ਼ਤ ਤੇ ਧਾਨ ਦੀ ਪਨੀਰੀ ਦੇ ਬਾਰੇ ਨਾਲ। ਅਸੀਂ ਵੇਖਦੇ ਹਾਂ ਕਿ ਹਰ ਸਾਲ ਹਕੂਮਤ ਜਿਹੜੀ ਹੈ, ਮਹਿਕਮਾ ਜ਼ਰਾਅਤ ਜਿਹੜਾ ਹੈ, ਉਹ ਨਵੀਂ ਵੈਰਾਈਟੀਆਂ ਲੈ ਕੇ ਆਉਂਦਾ ਹੈ ਤਾਂ ਕਿ ਜਿਹੜੀ ਧਾਨ ਦੀ ਫਸਲ ਹੈ ਉਹਦੇ ਤੋਂ ਅਸੀਂ ਬਹੁਤੀ ਪੈਦਾਵਾਰ ਲੈ ਸਕੀਏ। ਇਸ ਸਿਲਸਿਲੇ ਵਿੱਚ ਅੱਜ ਅਸੀਂ ਰਾਈਸ ਰਿਸਰਚ ਇੰਸਟੀਚਿਊਟ ਕਾਲਾ ਸ਼ਿਕਾਗੋ ਆਏ ਹਾਂ ਤੇ ਇੱਥੇ ਵੇਖਦੇ ਹਾਂ ਕਿ ਕਿਸ ਤਰ੍ਹਾਂ ਦੀ ਰਿਸਰਚ ਹੋ ਰਹੀ ਹੈ ਤੇ ਡਾਇਰੈਕਟਰ ਸਾਹਿਬ ਤੇ ਦੂਸਰੇ ਅਹਿਬਾਬ ਨੂੰ ਪੁੱਛਦੇ ਹਾਂ ਕਿ ਉਹ ਕਿਹੜੀ ਨਵੀਂ ਵੈਰਾਈਟੀ ਜਿਹੜੀ ਹੈ ਇੰਟਰੋਡਿਊਸ ਕਰਾ ਰਹੇ ਨੇ। ਆਓ ਮੇਰੇ ਨਾਲ। नाजरीन, ਹੁਣ ਅਸੀਂ सैयद सुल्तान अली साहब ਕੋਲ ਆ ਗਏ ਹਾਂ ਜਿਹੜੇ ਡਾਇਰੈਕਟਰ ਰਾਈਸ ਕਾਲਾ ਸ਼ਿਕਾਗੋ ਨੇ। अस्सलाम वालेकुम। ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਹਾਡਾ ਜਿਹੜਾ ਅਦਾਰਾ ਹੈ ਇਹ ਕਦੋਂ ਕਾਇਮ ਹੋਇਆ ਤੇ ਇਹ ਅਦਾਰੇ ਦੇ ਕਾਇਮ ਹੋਣ ਦੇ ਮਕਸਦ ਕੀ ਸਨ? ਇਹ ਜਿਹੜਾ ਅਦਾਰਾ ਹੈ ਇਹ 1926 ਦੇ ਵਿੱਚ ਰਾਈਸ ਫਾਰਮ ਦੇ ਨਾਂ ਤੋਂ ਕਾਇਮ ਹੋਇਆ ਸੀ ਔਰ ਸਰਦਾਰ ਖਾਨ ਸਾਹਿਬ ਇਹਦੇ ਪਹਿਲੇ ਆਫੀਸਰ ਇੰਚਾਰਜ ਸਨ। ਅਸਲ 'ਚ 1904-05 ਦੇ ਵਿੱਚ ਜਿਹੜਾ ਹੈ ਇਹ ਪੂਰੇ ਇੰਡੋ ਪਾਕ ਦੇ ਵਿੱਚ ਕਹਿਤ ਸਾਲੀ ਆਈ। ਇੰਨਾ ਜ਼ਿਆਦਾ ਖੁਸ਼ਕ ਸਾਲੀ ਸੀ ਕਿ ਖਾਣ ਨੂੰ ਲੋਕੀ ਤਰਸ ਗਏ ਔਰ ਭੂਖ ਦਾ ਸ਼ਿਕਾਰ ਹੋ ਗਏ ਔਰ ਬੇਸ਼ੁਮਾਰ ਜਿਹੜਾ ਹੈ ਨਾ ਇਨਸਾਨੀ ਜਾਨਾਂ ਦਾ ਜ਼ਿਆ ਹੋਇਆ। ਅਤੇ ਜਿਹੜੇ ਸਿਆਣੇ ਸਨ ਉਹਨਾਂ ਨੇ ਸੋਚਿਆ ਕਿ ਸਾਨੂੰ ਜ਼ਰਾਅਤ ਦੇ ਹਵਾਲੇ ਨਾਲ ਕੋਈ ਐਸੇ ਅਦਾਰੇ ਬਣਾਉਣੇ ਚਾਹੀਦੇ ਹੈ ਕਿ ਜਿਹੜੇ ਨਵੀਂ ਤਹਿਕੀਕ ਕਰਨ ਔਰ ਇਨਸਾਨ ਦੀ ਜਿਹੜੀ ਖੁਰਾਕ ਦੀ ਜ਼ਰੂਰੀਆਤ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ। ਇਸੇ ਹਵਾਲੇ ਨਾਲ ਲਾਇਲਪੁਰ ਦੇ ਵਿੱਚ ਸਾਡੀ ਜ਼ਰਾਈ ਯੂਨੀਵਰਸਿਟੀ ਕਾਲਜ ਜਿਹੜਾ ਸੀ ਉਹ ਕਾਇਮ ਹੋਇਆ। ਇਹ ਕਾਲਾ ਸ਼ਿਕਾਗੋ ਦੇ ਵਿੱਚ ਰਾਈਸ ਫਾਰਮ ਬਣਿਆ 1926 ਦੇ ਵਿੱਚ। ਇਸ ਤਰ੍ਹਾਂ ਡੋਕਰੀ ਦੇ ਵਿੱਚ ਡੋਕਰੀ ਰਿਸਰਚ ਇੰਸਟੀਚਿਊਟ ਬਣਿਆ ਅਤੇ ਇਹਨਾਂ ਦਾ ਮਕਸਦ ਇਹੀ ਸੀ ਕਿ ਜਿਹੜੀ ਫੂਡ ਸਿਕਿਉਰਿਟੀ, ਤਾਂ ਕਿ ਲੋਕਾਂ ਨੂੰ ਜਿਹੜਾ ਹੈ ਨਾ ਉਹ ਖਾਣ ਪੀਣ ਵਾਸਤੇ ਹਰ ਤਰ੍ਹਾਂ ਦੀ ਖੁਰਾਕ ਜਿਹੜੀ ਹੈ ਮੁਯੱਸਰ ਹੋ ਸਕੇ। ਇਹ ਇਹਦਾ ਬੁਨਿਆਦੀ ਮਕਸਦ ਸੀ। ਅਤੇ 1926 ਦੇ ਵਿੱਚ ਜਦੋਂ ਅਦਾਰਾ ਬਣਿਆ ਤਾਂ ਸਰਦਾਰ ਖਾਨ ਸਾਹਿਬ ਨੇ ਪੂਰੇ ਪੰਜਾਬ ਦੇ ਵਿੱਚ, ਉਦੋਂ ਇਹ ਯੂਨਾਈਟਿਡ ਪੰਜਾਬ ਸੀ, ਇਹ ਪੂਰੇ ਪੰਜਾਬ ਦੇ ਵਿੱਚ ਫਿਰ ਕੇ ਜਿਹੜਾ ਹੈ ਪਿੰਡ ਜਾ ਕੇ ਉਹਨਾਂ ਨੇ ਜਿੰਨੀਆਂ ਵੀ ਵੈਰਾਈਟੀਆਂ ਰਾਈਸ ਦੀ ਸਦੀਆਂ ਤੋਂ ਜਿਹੜੀ ਲੱਗਦੀਆਂ ਆ ਰਹੀਆਂ ਸਨ ਉਹਨਾਂ ਨੂੰ ਇਕੱਠਾ ਕੀਤਾ ਔਰ ਉਹ ਤਕਰੀਬਨ ਦੱਸਿਆ ਜਾਂਦਾ ਹੈ ਕਿ 503 ਕਿਸਮ ਦੀ ਇਕਸਾਮ ਸਨ ਔਰ ਉਹਨਾਂ ਨੇ ਇਹਨਾਂ ਇਕਸਾਮ ਨੂੰ ਇੱਥੇ ਕਾਲਾ ਸ਼ਿਕਾਗੋ ਔਰ ਮੁਖਤਲਿਫ ਜ਼ੋਨ ਦੇ ਵਿੱਚ ਟੈਸਟ ਕੀਤਾ ਔਰ ਉਹਨਾਂ ਨੂੰ 16 ਗਰੁੱਪਾਂ ਦੇ ਵਿੱਚ ਤਕਸੀਮ ਕੀਤਾ ਉਹਨਾਂ ਦੇ ਕਿਰਦਾਰ ਦੀ ਬੁਨਿਆਦ ਦੇ ਉੱਤੇ, ਕੈਰੈਕਟਰਿਸਟਿਕਸ ਦੀ ਬੁਨਿਆਦ ਦੇ ਉੱਤੇ। ਔਰ ਉਹਨਾਂ 'ਚੋਂ ਇੱਕ ਗਰੁੱਪ ਸੀ ਬਾਸਮਤੀ, ਬਾਕੀ ਗਰੁੱਪਾਂ ਨਾਲ ਬਾਸਮਤੀ ਗਰੁੱਪ ਸੀ ਜਿਹੜਾ ਬਜ਼ਾਤੇ ਖੁਦ 51 ਮੁਖਤਲਿਫ ਇਕਸਾਮ ਦੇ ਉੱਤੇ ਮੁਸ਼ਤਮਿਲ ਸੀ। ਔਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਬਾਸਮਤੀ ਜਿਹੜਾ ਪਹਿਲਾ ਪੌਦਾ ਮਿਲਿਆ ਸੀ ਉਹ ਵਨੀ ਕੇ ਤਾੜਰ ਹਾਫਜ਼ਾਬਾਦ ਤੋਂ ਮਿਲਿਆ ਸੀ। ਇਸ ਤੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਬਾਸਮਤੀ ਦਾ ਜਿਹੜਾ ਜਾਏ ਪੈਦਾਇਸ਼ ਹੈ ਉਹ ਸਾਡੀ ਪਾਕਿਸਤਾਨ, ਪੰਜਾਬ, ਹਾਫਜ਼ਾਬਾਦ, ਵਨੀ ਕੇ ਤਾੜਰ ਹੈ। ਉਸ ਤੋਂ ਬਾਅਦ ਜਿਹੜਾ ਪਾਕਿਸਤਾਨ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਆਇਆ ਰਾਈਸ ਦੇ ਵਿੱਚ, ਉਹ ਆਇਆ 85 ਦੇ ਵਿੱਚ ਜਦੋਂ ਡਾਕਟਰ ਮਜੀਦ ਸਾਹਿਬ ਨੇ 385 ਵੈਰਾਈਟੀ ਮਨਜ਼ੂਰ ਕਰਵਾਈ। ਇਸ ਤੋਂ ਪਹਿਲਾਂ ਜਿਹੜੀ ਵੈਰਾਈਟੀ ਸਨ ਨਾ ਜੀ 80 ਤੋਂ ਪਹਿਲੇ ਬਾਸਮਤੀ ਇਕਸਾਮ, ਉਹਨਾਂ ਦੀ ਪੈਦਾਵਾਰੀ ਸਲਾਹੀਅਤ ਜਿਹੜੀ ਸੀ ਉਹ ਸਿਰਫ ਕਹਿ ਲਓ 15-20 ਮਣ ਫੀ ਏਕੜ ਦੇ ਹਿਸਾਬ ਨਾਲ ਸੀ। ਖਾਣ ਦੇ ਲਿਹਾਜ਼ ਨਾਲ ਵੈਰਾਈਟੀਆਂ ਬਹੁਤ ਅੱਛੀਆਂ ਸਨ, ਲੇਕਿਨ ਜ਼ਿਮੀਂਦਾਰ ਨੂੰ ਤਾਂ ਪੈਦਾਵਾਰ ਚਾਹੀਦੀ ਹੈ ਤਾਂ ਕਿ ਉਹਦੀ ਖੁਸ਼ਹਾਲੀ ਹੋਵੇ। ਅਤੇ ਜਦੋਂ 385 ਆਈ ਅਤੇ ਜਿਹੜਾ ਇਸ ਇਲਾਕੇ ਦੇ ਗਰੀਬ ਜ਼ਿਮੀਂਦਾਰ ਸਨ ਉਹਨਾਂ ਦਾ ਕਹਿ ਲਓ ਸਟੇਟਸ ਵੱਧ ਗਿਆ। ਕਿਉਂ ਕਿ 55 ਮਣ ਫੀ ਏਕੜ ਦੇ ਹਿਸਾਬ ਨਾਲ ਉਹਨਾਂ ਨੇ ਪੈਦਾਵਾਰ ਚੁੱਕੀ ਔਰ ਇਹਦੀ ਕੁਆਲਿਟੀ ਵੀ ਬਹੁਤ ਅੱਛੀ ਸੀ। ਇਸ ਵਾਸਤੇ ਨਾ ਸਿਰਫ ਜ਼ਿਮੀਂਦਾਰ ਖੁਸ਼ਹਾਲ ਹੋਇਆ ਬਲਕਿ ਸਾਡੀ ਐਕਸਪੋਰਟ ਜਿਹੜੀ ਸੀ ਉਹਦੇ ਬਹੁਤ ਵਾਧਾ ਹੋਇਆ। ਡਾਇਰੈਕਟਰ ਸਾਹਿਬ, ਐਕਸਪੋਰਟ ਦੇ ਵਾਸਤੇ ਤੁਸੀਂ ਕੀ ਇਕਦਾਮਾਤ ਕਰ ਰਹੇ ਹੋ? ਪਾਕਿਸਤਾਨ ਜਿਹੜਾ ਹੈ ਤਕਰੀਬਨ 8.9 ਮਿਲੀਅਨ ਟਨ ਜਿਹੜਾ ਹੈ ਚਾਵਲ ਪੈਦਾ ਕਰਦਾ ਹੈ, ਜਿਹਦੇ ਵਿੱਚੋਂ ਅਸੀਂ 4.8 ਮਿਲੀਅਨ ਟਨ ਜਿਹੜਾ ਚਾਵਲ ਹੈ ਉਹ ਅਸੀਂ ਐਕਸਪੋਰਟ ਕਰ ਦਿੰਦੇ ਹਾਂ, ਜਿਹੜਾ ਕਿ ਤਕਰੀਬਨ 52% ਬਣਦਾ ਹੈ। ਅਤੇ ਦੂਸਰਾ ਜਿਹੜਾ ਸਾਡੀ ਕਿ ਨਾ ਐਕਸਪੋਰਟ ਦਾ ਮਜ਼ੀਦ ਸਾਡੇ ਜਿਹੜੇ ਇਮਕਾਨਾਤ ਨੇ ਨਾ ਉਹ ਬੜੇ ਰੋਸ਼ਨ ਨੇ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਜ਼ਮਾਨਾ ਜਿਹੜਾ ਹੈਗਾ ਨਾ ਐਕਸਟਰਾ ਲੌਂਗ ਰੇਂਜ ਦਾ ਹੈਗਾ। ਅਤੇ ਜਿਹੜੀ ਵੈਰਾਈਟੀਆਂ ਇਸ ਵਕਤ ਫੀਲਡ ਵਿੱਚ ਮੌਜੂਦ ਨੇ, ਜਿਸ ਤਰ੍ਹਾਂ ਸੋਨਾ ਬਾਸਮਤੀ ਦਾ ਮੈਂ ਜ਼ਿਕਰ ਕੀਤਾ 10 mm ਦਾ, ਅਲ ਖਾਲਿਦ ਬਾਸਮਤੀ ਪਿੰਡੀ ਪੱਟੀਆਂ ਵਾਲੀ, ਇਹ ਦੋ ਵੈਰਾਈਟੀਆਂ ਬਿਲਖਸੂਸ ਇਹਨਾਂ ਦਾ ਨਾ ਸਿਰਫ ਜ਼ਿਮੀਂਦਾਰਾਂ ਨੂੰ ਰੇਟ ਜਿਹੜਾ ਹੈਗਾ ਨਾ ਉਹ ਪਿਛਲੀ
ਦੇਸੀ ਵੈਰਾਈਟੀਆਂ ਤੋਂ ਜ਼ਿਆਦਾ ਮਿਲੇਗਾ, ਬਲਕਿ ਐਕਸਪੋਰਟ ਦੇ ਹਵਾਲੇ ਨਾਲ ਇਹ ਜਦੋਂ ਐਕਸਪੋਰਟ ਇਸ ਸਾਲ ਜਾਂ ਅਗਲੇ ਸਾਲ ਸ਼ੁਰੂ ਹੋ ਜਾਣਗੀਆਂ, ਇਨਸ਼ਾਅੱਲਾ ਇਹਨਾਂ ਦਾ ਜੋ ਫੀ ਟਨ ਰੇਟ ਜਿਹੜਾ ਹੈਗਾ ਨਾ ਡਾਲਰਾਂ ਦੇ ਵਿੱਚ, ਉਹ ਸਾਨੂੰ 300-400 ਰੁਪਏ ਜ਼ਿਆਦਾ ਮਿਲੇਗਾ। ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਅਸੀਂ 2.5 ਬਿਲੀਅਨ ਡਾਲਰ ਦੀ 2022 ਦੇ ਵਿੱਚ ਅਸੀਂ ਜ਼ਰੀਏ ਮੁਆਵਜ਼ਾ ਕਮਾਇਆ, ਅਸੀਂ ਉਹ ਤਕਰੀਬਨ 4 ਤੇ 5 ਬਿਲੀਅਨ ਡਾਲਰ ਤੱਕ ਅਸੀਂ ਲੈ ਕੇ ਜਾ ਸਕਦੇ ਹਾਂ। ਇਸ ਤੋਂ ਇਲਾਵਾ ਇਸੇ ਤਰ੍ਹਾਂ ਹੀ ਪੈਦਾਵਾਰ ਤੇ ਐਕਸਪੋਰਟ ਦਾ ਹੁਜਮ ਵਧਾਉਣ ਵਾਸਤੇ ਅਦਾਰਾ ਆਪਣੀ ਕਾਵਿਸ਼ਾਂ ਜਾਰੀ ਰੱਖੇ ਹੋਏ ਹੈ ਔਰ ਇੱਥੇ ਨਵੀਂ ਤੋਂ ਨਵੀਂ ਕਹਿ ਲਓ ਤਹਿਕੀਕ ਕਰਨ ਦੀ ਕੋਸ਼ਿਸ਼ ਕਰ ਰਿਹਾ। ਨਾਜ਼ਰੀਨ, ਹੁਣ ਅਸੀਂ ਤੁਹਾਨੂੰ ਫੀਲਡ 'ਚ ਲੈ ਚੱਲਨੇ ਆ ਤੇ ਅਸੀਂ ਤੁਹਾਨੂੰ ਫੀਲਡ ਦੇ ਵਿੱਚ ਪਨੀਰੀ ਵੀ ਵਿਖਾਉਂਦੇ ਆ ਤੇ ਨਾਲ ਜਿਹੜੀ ਇਹਨਾਂ ਦੀ ਲੈਬੋਰਟਰੀਜ਼ ਨੇ ਜਿੱਥੇ ਰਿਸਰਚ ਦਾ ਅਮਲ ਜਾਰੀ ਹੈ ਉਹ ਵੀ ਵੇਖਦੇ ਆ। ਆਓ ਮੇਰੇ ਨਾਲ। ਨਾਜ਼ਰੀਨ, ਇਸ ਵੇਲੇ ਅਸੀਂ ਰਾਈਸ ਰਿਸਰਚ ਇੰਸਟੀਚਿਊਟ ਕਾਲਜ ਕਾਕੂ ਦੇ ਵਿੱਚ ਮੌਜੂਦ ਹਾਂ ਤੇ ਇਹ ਮੇਰੇ ਪਿੱਛੇ ਧਾਨ ਦੀ ਪਨੀਰੀ ਦਾ ਐਕਸਪੈਰੀਮੈਂਟਲ ਫਾਰਮ ਹੈ ਤੇ ਪਨੀਰੀ ਦੇ ਹਵਾਲੇ ਨਾਲ ਹੀ ਅਸੀਂ ਗੱਲ ਕਰਾਂਗੇ ਕਿ ਪਨੀਰੀ ਜਿਹੜੀ ਹੈ ਇਹ ਬੀਜਣ ਲੱਗੇ ਕਿਹੜੀ ਇਹਤਿਆਤਾਂ ਕਰਨੀਆਂ ਨੇ, ਜ਼ਮੀਨ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਜਿਹੜਾ ਬੀਜ ਹੈ ਇਹਦਾ ਇੰਤਖਾਬ ਕਿਵੇਂ ਕਰਨਾ ਹੈ। ਜੀ ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ। ਪਨੀਰੀ ਦੇ ਬਾਰੇ ਤੁਸੀਂ ਤਫਸੀਲ ਨਾਲ ਜ਼ਰਾ ਸਾਨੂੰ ਦੱਸੋ। ਪਹਿਲੀ ਗੱਲ ਤੇ ਪਨੀਰੀ ਵਾਸਤੇ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਜਿਹੜਾ ਬੀਜ ਹੈਗਾ ਹਮੇਸ਼ਾ ਤਸਦੀਕਸ਼ੁਦਾ ਬੀਜ ਇਸਤੇਮਾਲ ਕਰਨ। ਗੈਰ ਤਸਦੀਕਸ਼ੁਦਾ ਬੀਜ ਜਿਹੜਾ ਹੈਗਾ ਨਾ ਸਿਰਫ ਬਿਮਾਰੀਆਂ ਦਾ ਬਾਅਸ ਬਣਦਾ ਹੈ ਬਲਕਿ ਉਹ ਚਾਵਲ 'ਚ ਮਿਲਾਵਟ ਦਾ ਵੀ ਬਾਅਸ ਬਣਦਾ ਹੈ ਤੇ ਜਦੋਂ ਇਹ ਚਾਵਲ ਬਾਹਰ ਦੇ ਮੁਲਕਾਂ 'ਚ ਅਸੀਂ ਫਰੋਖਤ ਕਰਨੀ ਹੈ ਤੇ ਉਹ ਸਾਡੀ ਬਦਨਾਮੀ ਦਾ ਵੀ ਬਾਅਸ ਬਣਦਾ ਹੈ। ਇਸ ਵਾਸਤੇ ਗੁਜ਼ਾਰਿਸ਼ ਕੀਤੀ ਜਾਂਦੀ ਹਮੇਸ਼ਾ ਪੰਜਾਬ ਸੀਡ ਕਾਰਪੋਰੇਸ਼ਨ ਜਾਂ ਤਹਿਕੀਕਾਤੀ ਅਦਾਰਾ ਦਾਨ ਕਾਲਾ ਸ਼ਿਕਾਕੂ ਜਿਹੜਾ ਮਹਿਦੂਦ ਮਕਦਾਰ ਬੀਜ ਹੈਗਾ ਉਹੀ ਇਸਤੇਮਾਲ ਕਰਨ ਤੇ ਮਜ਼ਦੂਰਸ਼ੁਦਾ ਕਿਸਮਾਂ ਲਾਉਣ। ਹੁਣ ਪਨੀਰੀ ਦੀ ਇਹਤਿਆਤਾਂ ਕਿ ਪਨੀਰੀ ਪਹਿਲੇ ਕਿਸ ਤਰ੍ਹਾਂ ਤਿਆਰ ਕਰਨੀ ਹੈ ਤੇ ਉਹਦੇ ਵਾਸਤੇ ਇਹਤਿਆਤਾਂ ਕੀ ਜ਼ਰੂਰਤ ਹੈ। ਜਿਹੜਾ ਸਾਡਾ ਪੰਜਾਬ ਦਾ ਇਲਾਕਾ ਹੈਗਾ ਉਹਦੇ 'ਚ 3 ਤਰੀਕੇ ਨਾਲ ਪਨੀਰੀ ਕਾਸ਼ਤ ਕੀਤੀ ਜਾਂਦੀ ਹੈ। ਤਾੜੀਆਂ ਕੱਦੂ ਦਾ ਤਰੀਕਾ, ਖੁਸ਼ਕ ਤਰੀਕਾ ਤੇ ਰਾਬ ਦਾ ਤਰੀਕਾ। ਤਾੜੀਆਂ ਕੱਦੂ ਦਾ ਤਰੀਕਾ ਜਿਹੜਾ ਸਾਡਾ ਮੁੰਜੀ ਦਾ ਰਵਾਇਤੀ ਇਲਾਕਾ ਹੈਗਾ, ਜਿਸ ਤਰ੍ਹਾਂ ਡਿਸਟ੍ਰਿਕਟ ਸ਼ਿਵਪੁਰਾ ਹੈਗਾ, ਨਾਰੋਵਾਲ ਹੈਗਾ, ਸਿਆਲਕੋਟ ਹੈਗਾ, ਡਸਕਾ ਹੈਗਾ, ਮੰਡੀ ਬਾਵਲਦੀਨ ਹੈਗਾ, ਇਸ ਇਲਾਕੇ 'ਚ ਤਾੜੀਆਂ ਕੱਦੂ ਦੇ ਤਰੀਕੇ ਨਾਲ ਪਨੀਰੀ ਕਾਸ਼ਤ ਕੀਤੀ ਜਾਂਦੀ ਹੈ। ਇਹ ਤਰੀਕਾ ਕਾਫੀ ਮਸ਼ਹੂਰ ਹੈਗਾ। ਇਹਦੇ 'ਚ ਪਨੀਰੀ ਵੀ ਬੜੀ ਸਿਹਤਮੰਦ ਉਗਦੀ ਹੈ। ਪਨੀਰੀ 'ਚ ਜੜੀ ਬੂਟੀ ਦੀ ਵੀ ਕੰਮ ਹੁੰਦੀ ਹੈ। ਇਹਦੇ ਤਰਫੀ ਜ਼ਮੀਨ ਤਿਆਰ ਕਰਨ ਵਾਸਤੇ ਉਹਨੂੰ ਕੋਈ 10-15 ਦਿਨ ਪਹਿਲੇ ਪਾਣੀ ਨਾਲ ਪੜ ਲੈਂਦੇ ਹੋ। ਉਹਦੇ 'ਚ ਪਾਣੀ 'ਚ ਖੜੇ ਪਾਣੀ 'ਚ ਇੱਕ ਵਾਰੀ ਖਲ ਤੇ ਸੁਹਾਗਾ ਕਰ ਦਿਓ। ਉਸ ਤੋਂ ਬਾਅਦ ਇੱਕ ਹਫ਼ਤੇ ਵਾਸਤੇ ਉਹਨੂੰ ਛੱਡ ਦਿੰਦੇ ਹੋ। ਪਹਿਲੇ ਇਹ ਤਰੀਕਾ ਹੁੰਦਾ ਸੀ ਕਿ ਮਹੀਨੇ ਵਾਸਤੇ ਪਾਣੀ ਪਾਉਂਦੇ ਸੀ, ਲੇਕਿਨ ਕਿਉਂਕਿ ਹੁਣ ਪਾਣੀ ਦੀ ਕਮੀ ਹੈ ਇਸ ਵਾਸਤੇ ਤੁਸੀਂ 10-15 ਦਿਨ ਪਹਿਲੇ ਪਾਣੀ ਪਾਓ। ਇੱਕ ਹਫ਼ਤਾ 7-10 ਦਿਨ ਠਹਿਰ ਕੇ ਤਾਂ ਉਹਦੇ ਦੋ ਹਲ ਚਲਾ ਕੇ ਸਾਗਾ ਦੇਵੋ। ਉਹਦੇ ਨਾਲ ਇੱਕ ਤਾਂ ਹੋਏਗਾ ਕਿ ਉਹਦੇ ਜਿਹੜੀ ਜੜੀ ਬੂਟੀਆਂ ਹੈਗੀਆਂ ਉਹ ਕਾਫੀ ਤਲਫ ਹੋ ਜਾਣੀਆਂ ਤੇ ਪਿਛਲੇ ਸਾਲ ਦਾ ਜਿਹੜਾ ਡਿੱਗਿਆ ਹੋਇਆ ਬੀਜ ਹੈ, ਪਿਛਲੀ ਫਸਲਾਂ ਦਾ ਕਿਸਮਾਂ ਦਾ ਬੀਜ ਉਹ ਵੀ ਉਗਾਏਗਾ ਤਾਂ ਉਹ ਵੀ ਤਲਫ ਹੋ ਜਾਏਗਾ। ਉਸ ਤੋਂ ਬਾਅਦ ਬੀਜ ਜਿਹੜੀ ਪਨੀਰੀ ਦਾ ਛੱਟਾ ਦੇਣ ਤੋਂ ਪਹਿਲੇ ਇੱਕ ਦਿਨ ਪਹਿਲੇ ਤੁਸੀਂ ਉਹਦੇ 'ਚ ਜ਼ਮੀਨ ਤਿਆਰ ਕਰਨੀ ਹੈ, ਸੁਹਾਗਾ ਦੇਣਾ ਹੈ ਤੇ ਉਹਦੇ 'ਚ ਜਿਹੜਾ ਅੰਗੂਰੀ ਮਾਰਿਆ ਬੀਜ ਹੈਗਾ ਉਹਦਾ ਛੱਟਾ ਕਰਨਾ ਹੈ। ਜਦੋਂ ਛੱਟਾ ਕਰਨਾ ਹੈ ਤਾਂ ਕੋਸ਼ਿਸ਼ ਕਰੋ ਉਸ ਟਾਈਮ ਪਾਣੀ ਦੀ ਸਤ੍ਹਾ ਜਿਹੜੀ 1 ਇੰਚ ਹੋਏ, 1 ਇੰਚ ਜ਼ਿਆਦਾ ਨਾ ਹੋਏ। ਜਿਸ ਦਿਨ ਤੁਸੀਂ ਛੱਟਾ ਕਰਨਾ ਹੈ ਉਸ ਤੋਂ ਅਗਲੇ ਦਿਨ ਸ਼ਾਮ ਨੂੰ ਪਾਣੀ ਕੱਢ ਦੇਣਾ ਹੈ, ਕਿਉਂਕਿ ਪਾਣੀ ਕਾਫੀ ਗਰਮ ਹੁੰਦਾ ਹੈ ਉੱਤੇ ਗਰਮੀ ਹੁੰਦੀ ਹੈ ਤੇ ਖੜੇ ਪਾਣੀ 'ਚ ਬੀਜ ਜਿਹੜਾ ਗਲ ਵੀ ਸਕਦਾ ਹੈ। ਇਸ ਵਾਸਤੇ ਤੁਸੀਂ ਸ਼ਾਮ ਨੂੰ ਪਾਣੀ ਕੱਢ ਦੇਣਾ ਤੇ ਅਗਲੇ ਦਿਨ ਸਵੇਰ ਫਿਰ ਪਾਣੀ ਲਾਉਣਾ ਹੈ। ਕੋਈ ਤਕਰੀਬਨ 1 ਹਫ਼ਤਾ 10 ਦਿਨ ਤੁਸੀਂ ਇਸ ਅਮਲ ਨੂੰ ਦੁਹਰਾਉਣਾ ਹੈ ਕਿ ਪਾਣੀ ਨੂੰ ਕੱਢਣਾ ਹੈ ਤੇ ਪਾਣਾ ਉਹਦੇ ਨਾਲ ਇਹ ਹੋਏਗਾ ਕਿ ਤੁਹਾਡੀ ਪਨੀਰੀ ਸਹੀ ਹੋਵੇਗੀ, ਸਿਹਤਮੰਦ ਹੋਵੇਗੀ। ਫਿਰ ਜਦੋਂ ਤੁਹਾਡੀ ਪਨੀਰੀ ਉੱਗ ਆਏ ਤੇ ਜਦੋਂ ਬੀਜ ਸਾਰਾ ਉੱਗ ਆਏ ਤੇ ਤੁਸੀਂ ਪਾਣੀ ਦੀ ਮਿਕਦਾਰ ਪਾਣੀ ਖੜਾ ਕਰ ਸਕਦੇ ਹੋ ਤੇ ਪਨੀਰੀ ਦੇ ਕੱਦ ਨੂੰ ਵੇਖਦੇ ਪਾਣੀ ਦੀ ਸਤ੍ਹਾ ਵਧਾ ਵੀ ਸਕਦੇ ਹੋ, ਲੇਕਿਨ ਕੋਸ਼ਿਸ਼ ਕਰੋ ਕਿ 2 ਜਾਂ ਜ਼ਿਆਦਾ ਤੋਂ ਜ਼ਿਆਦਾ 3 ਇੰਚ ਤੋਂ ਜ਼ਿਆਦਾ ਪਾਣੀ ਨਾ ਖੜਾ ਕਰੋ। ਹੁਣ ਅਗਰ ਤੁਹਾਨੂੰ ਪਨੀਰੀ ਕਮਜ਼ੋਰ ਨਜ਼ਰ ਆਏ ਤੇ 15 ਦਿਨ ਬਾਅਦ ਪਨੀਰੀ ਲਾਉਣ ਤੋਂ 10 ਤੋਂ 15 ਦਿਨ ਬਾਅਦ ਉਹਦੇ 'ਚ 1 ਪਾਓ ਫੀ ਮਲਾ ਦੇ ਹਿਸਾਬ ਨਾਲ ਯੂਰੀਆ ਜਾਂ ਅੱਧਾ ਕਿਲੋ ਅਮੋਨੀਅਮ ਸਲਫੇਟ ਦਾ ਛੱਟਾ ਦੇ ਸਕਦੇ ਹੋ। ਲੇਕਿਨ ਕੋਸ਼ਿਸ਼ ਕਰੋ ਕਿ ਜਿਹੜਾ ਯੂਰੀਆ ਦਾ ਛੱਟਾ ਦੇਣਾ ਜਾਂ ਕਿਸੇ ਖਾਦ ਦਾ ਛੱਟਾ ਦੇਣਾ ਉਹ 10-15 ਦਿਨ ਦੇ ਅੰਦਰ ਦੇ ਦਿਓ, ਕਿਉਂਕਿ ਜਿੰਨਾ ਲੇਟ ਛੱਟਾ ਦੋਗੇ ਪੌਦੇ ਉਹਦੇ ਜ਼ਿਆਦਾ ਨਰਮ ਹੋਣਗੇ ਤੇ ਫਿਰ ਜਦੋਂ ਤੁਸੀਂ ਪਨੀਰੀ ਖਾੜੋਗੇ ਤੇ ਉਹ ਜ਼ਿਆਦਾ ਜ਼ਖਮੀ ਹੋਣਗੇ। ਹੁਣ ਇਸ ਤਰੀਕੇ ਨਾਲ ਕਾਸ਼ਤ ਕੀਤੀ ਪਨੀਰੀ 25 ਤੋਂ 30 ਦਿਨ ਤੱਕ ਤਿਆਰ ਹੋ ਜਾਂਦੀ ਹੈ। ਮੈਕਸੀਮਮ ਜ਼ਿਆਦਾ ਤੋਂ ਜ਼ਿਆਦਾ ਤੁਸੀਂ 35 ਦਿਨ ਤੱਕ ਦੀ ਪਨੀਰੀ ਨੂੰ ਵੀ ਸ਼ਿਫਟ ਕਰ ਸਕਦੇ ਹੋ। ਲੇਕਿਨ ਖਿਆਲ ਰੱਖਣਾ ਅਗਰ ਕਿਸਾਨ ਬਾਸਮਤੀ ਤੁਸੀਂ ਕਾਸ਼ਤ ਕੀਤੀ ਹੈ ਤੇ ਉਹਦੀ ਪਨੀਰੀ ਦੀ ਉਮਰ 5 ਦਿਨ ਤੋਂ ਜ਼ਿਆਦਾ ਨਾ ਹੋਏ, ਉਹਦੀ 5 ਦਿਨ ਦੀ ਹੀ ਸ਼ਿਫਟ ਮੁੰਤਕਿਲ ਕਰਨੀ ਹੈ। ਹੁਣ ਪਨੀਰੀ ਸ਼ਿਫਟ ਮੁੰਤਕਿਲ ਕਰਨ ਤੋਂ 1 ਦਿਨ ਪਹਿਲੇ ਪਾਣੀ ਲਾ ਦਿਓ ਤਾਂ ਕਿ ਪਨੀਰੀ ਖਾੜ ਤੇ ਜ਼ਖਮੀ ਨਾ ਹੋਏ ਤੇ ਪਨੀਰੀ ਸਹੀ ਤਰ੍ਹਾਂ ਉਖੜੀ ਜਾ ਸਕੇ। ਤੇ ਕੋਸ਼ਿਸ਼ ਕਰੋ ਕਿ ਉਹੀ ਮਜ਼ਦੂਰ ਜਦੋਂ ਪਨੀਰੀ ਖਾਰਾਂ ਤੇ ਖਿਆਲ ਰੱਖਣ ਕਿ ਪਨੀਰੀ ਦੇ ਹੀ ਪੌਦੇ ਕੱਟੇ ਜਾ ਰਹੇ ਨੇ, ਜੜੀ ਬੂਟੀ ਦੇ ਪੌਦੇ ਨਾਲ ਨਹੀਂ ਆ ਰਹੇ। ਇਹ ਤੇ ਤਾੜੀਆਂ ਕੱਦੂ ਦਾ ਤਰੀਕਾ। ਖੁਸ਼ਕ ਤਰੀਕਾ ਅਸੀਂ ਉਸ ਇਲਾਕੇ 'ਚ ਕਰਦੇ ਨੇ ਜਿੱਥੇ ਪਾਣੀ ਦੀ ਬਹਿਮ ਰਸਾਈ ਮੁਯੱਸਰ ਨਹੀਂ, ਪਾਣੀ ਖੜਾ ਨਹੀਂ ਹੋ ਸਕਦਾ। ਉਹਦੇ ਜ਼ਮੀਨ ਨੂੰ ਖੁਸ਼ਕ ਦੋਹਰਾ ਹਲ ਸੁਹਾਗਾ ਦੇ ਕੇ ਹਰ ਹਫ਼ਤੇ ਏਸ਼ੇ ਦੇ ਬਾਅਦ ਦੋਹਰਾ ਹਲ ਸੁਹਾਗਾ ਦੇ ਕੇ ਤਿਆਰ ਕਰ ਲਿੱਤਾ ਜਾਂਦਾ ਹੈ। ਉਹਦੇ 'ਚ ਫਿਰ ਜ਼ਮੀਨ ਨੂੰ
ਬੀਜ ਦਾ ਅੰਗੂੜੀ ਮਾਰੇ, ਬੀਜ ਦਾ ਛੱਟਾ ਦੇ ਕੇ ਉਹਦੇ ਤੇ ਪਰਾਲੀ ਦੀ ਤਹਿ ਚਮਾ ਦਿੱਤੇ, ਉਹਦੇ 'ਚ ਹਲਕਾ ਹਲਕਾ ਪਾਣੀ ਲਾ ਦੇਣਾ। ਇਸ ਤਰੀਕੇ ਨਾਲ ਜੜੀ ਬੂਟੀ ਬਹੁਤ ਉਗਦੀ ਹੈ। ਲੇਕਿਨ ਹੁਣ ਮਾਰਕੀਟ 'ਚ ਇਹੋ ਜਿਹੀ ਦਵਾਈਆਂ ਅਵੇਲੇਬਲ ਹੈਗੀਆਂ ਕਿ ਉਹਦਾ ਸਪਰੇਅ ਕਰਕੇ ਤੁਸੀਂ ਜੜੀ ਬੂਟੀ ਦਾ ਤਦਾਰਕ ਕਰ ਸਕਦੇ ਹੋ। ਤੀਸਰਾ ਤਰੀਕਾ ਰਾਬ ਦਾ ਤਰੀਕਾ, ਇਹ ਜ਼ਿਆਦਾਤਰ ਡੇਰਾ ਗਾਜ਼ੀਆਂ ਡੇਰਾ ਉੱਥੇ ਪਾਇਆ ਜਾਂਦਾ ਜਿੱਥੇ ਗਰਮੀ ਵੀ ਜ਼ਿਆਦਾ ਤੇ ਪਾਣੀ ਵੀ ਬਹੁਤ ਘੱਟ ਹੈਗਾ। ਇਹਦੇ ਤੁਸੀਂ ਜ਼ਮੀਨ ਦੇ ਉੱਤੇ ਜਿਹੜੀ ਹੈਗੀ ਹੈ ਪਰਾਲੀ ਫੱਕ ਦੀ ਇੱਕ ਲੇਅਰ ਦਾ ਉਹਨੂੰ ਅੱਗ ਲਾ ਦਿੰਦੇ ਹੋ। ਜਦੋਂ ਉਹ ਠੰਡੀ ਹੋ ਜਾਏ ਤਾਂ ਉਹਨੂੰ ਕੱਸੀ ਨਾਲ ਦਬਾ ਕੇ ਉਹਦੇ 'ਚ 1-2 ਇੰਚ ਦੀ ਲੇਅਰ ਬਣ ਜਾਂਦੀ, ਉਹਨੂੰ ਜ਼ਮੀਨ ਮਿਕਸ ਕਰਕੇ ਉਹਦੇ ਤੇ ਤੁਸੀਂ ਬੀਜ ਦਾ ਛੱਟਾ ਦਿੰਦੇ ਹੋ ਤੇ ਪਾਣੀ ਲਾਉਂਦੇ ਹੋ। ਇਹ ਜਿਹੇ ਤਰੀਕੇ ਨਾਲ ਪਨੀਰੀ ਸਭ ਤੋਂ ਲੇਟ ਤਿਆਰ ਹੁੰਦੀ ਹੈ, ਤਕਰੀਬਨ 40 ਦਿਨ ਤੱਕ ਬਾਅਦ ਇਹ ਪਨੀਰੀ ਤਿਆਰ ਹੁੰਦੀ। ਇਹ ਤੇ ਹੈਗੇ ਸੀ 3 ਤਰੀਕੇ। ਹੁਣ ਜਦੋਂ ਤੁਹਾਡੀ ਪਨੀਰੀ ਤਿਆਰ ਹੋ ਜਾਏ, ਤੁਸੀਂ ਜਿਸ ਤਰ੍ਹਾਂ ਪਿੱਛੇ ਦੇਖ ਰਹੇ ਹੋ 5 ਦਿਨ ਦੀ ਪਨੀਰੀ ਹੈ। ਇਹ ਹਾਲਾਂਕਿ ਮਹਿਕਮੇ ਜ਼ਰਾਅਤ ਦੇ ਮੁਤਾਬਿਕ 20 ਮਈ ਤੋਂ ਪਹਿਲੇ ਪਨੀਰੀ ਕਾਸ਼ਤ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਸਾਡੇ ਤਜਰਬੇ ਨੇ। ਤਜਰਬਿਆਂ 'ਚ ਅਸੀਂ ਦੇਖਦੇ ਕਿ ਅਗਰ ਅਸੀਂ ਪਹਿਲੇ ਕਾਸ਼ਤ ਕਰਾਂਗੇ ਉਹਦਾ ਕੀ ਨੁਕਸਾਨ ਹੁੰਦਾ ਹੈ, ਬਾਅਦ 'ਚੋਂ ਕਾਸ਼ਤ ਕਰਾਂਗੇ ਉਹਦਾ ਕੀ ਨੁਕਸਾਨ ਹੁੰਦਾ, ਤੇ ਕਿਹੜੀ ਕਿਹੜੀ ਬਿਮਾਰੀਆਂ ਜਾਂ ਕਿਹੜੇ ਕਿਹੜੇ ਹਮਲਾਵਰ ਇਹਦੇ 'ਤੇ ਹੁੰਦੇ ਨੇ। ਇਸ ਵਾਸਤੇ ਸਾਡੇ ਤਜਰਬਿਆਂ ਦੀ ਜਿਹੜੀ 5 ਦਿਨ ਦੀ ਪਨੀਰੀ ਹੈ, ਜਿਹੜੀ ਇਹ ਤੁਸੀਂ ਦੇਖ ਰਹੇ ਹੋ, ਇਹ 55 ਦਿਨ ਦੀ ਪਨੀਰੀ ਹੈਗੀ, ਜਿਹੜੀ ਇੱਥੇ ਹੀ ਸ਼ਿਫਟ ਇੱਥੇ ਹੀ ਲਾਈ ਤੇ ਇੱਥੇ ਹੀ ਪੌਦਾ ਵੱਡਾ ਹੋ ਗਿਆ। ਇਹ ਕੁਝ ਪਨੀਰੀ ਦੇ ਬਾਰੇ ਹਦਾਇਤਾਂ ਹੈਗੀਆਂ ਸੀ, ਜਿਹੜੇ ਕਿਸਾਨ ਵੀ ਇਹਦੇ 'ਤੇ ਅਮਲ ਕਰਕੇ ਅੱਛੀ ਪੈਦਾਵਾਰ ਲੈ ਸਕਦੇ ਨੇ। ਉਸਮਾਨ ਸਾਹਿਬ, ਮੈਂ ਵੀ ਪੁੱਛਣਾ ਚਾਹਾਂਗਾ ਕਿ ਜਿਸ ਵੇਲੇ ਪਨੀਰੀ ਤਿਆਰ ਹੋ ਗਈ ਤੇ ਉਹਨੂੰ ਹੁਣ ਮੁੰਤਕਿਲ ਕਰਨਾ ਹੈ, ਤੇ ਅੱਗੇ ਜਿਹੜੀ ਜ਼ਮੀਨ ਹੈ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ? ਇਹ ਹੁਣ ਤੁਸੀਂ ਤਾਂ ਪਤਾ ਕਿ ਅਗਰ ਤੁਹਾਡੀ ਪਨੀਰੀ ਤਿਆਰ ਹੋ ਗਈ ਹੈ ਤਾਂ ਹੁਣ ਪਨੀਰੀ ਨੂੰ ਤੁਸੀਂ ਮੁੰਤਕਿਲ ਕਰਨਾ ਹੈ, ਤੇ ਮੁੰਤਕਿਲ ਕਰਦੇ ਵਕਤ ਵੀ ਕੁਝ ਇਹਤਿਆਤਾਂ ਦੀ ਜ਼ਰੂਰਤ ਹੈ। ਅਗਰ ਉਹਦੇ 'ਤੇ ਤੁਸੀਂ ਅਮਲ ਨਹੀਂ ਕਰੋਗੇ ਤਾਂ ਤੁਹਾਡੀ ਪੈਦਾਵਾਰ 'ਚ ਹੱਥੋਂ ਹੱਥ ਕਮੀ ਹੋ ਸਕਦੀ ਹੈ। ਉਹਦੀ ਮੈਂ ਤੁਹਾਨੂੰ ਦੱਸਣਾ ਹੈ। ਪਹਿਲੀ ਗੱਲ ਤਾਂ ਤੁਸੀਂ ਜਿਸ ਖੇਤ 'ਚ ਪਨੀਰੀ ਨੂੰ ਮੁੰਤਕਿਲ ਕਰਨਾ ਹੈ, ਕੋਸ਼ਿਸ਼ ਕਰੋ ਕਿ ਖੇਤ ਹਮਵਾਰ ਹੋਏ, ਲੇਜ਼ਰ ਲੈਵਲ ਹੋਏ। ਉਹਦਾ ਅਗਰ ਲੇਜ਼ਰ ਲੈਵਲ ਨਹੀਂ ਹੋਏਗਾ, ਹਮਵਾਰ ਨਹੀਂ ਹੋਏਗਾ, ਨੁਕਸਾਨ ਕੀ ਹੋਏਗਾ, ਤੇ ਪਾਣੀ ਜ਼ਿਆਦਾ ਲੱਗੇਗਾ। ਦੂਜੀ ਜਗ੍ਹਾ 'ਤੇ ਇੱਕ ਜਗ੍ਹਾ 'ਤੇ ਨੀਵੀਂ ਹੋਏਗੀ, ਇੱਕ ਜਗ੍ਹਾ 'ਤੇ ਉੱਚੀ ਹੋਏਗੀ। ਅਗਰ ਤੁਸੀਂ ਮਸ਼ੀਨੀ ਮੁੰਤਕਿਲ ਕਰੋਗੇ ਜਾਂ ਹੱਥ ਨਾਲ ਵੀ ਮੁੰਤਕਿਲ ਕਰੋਗੇ, ਜਿੱਥੇ ਜਗ੍ਹਾ ਨੀਵੀਂ ਹੋਗੀ, ਪਾਣੀ ਜ਼ਿਆਦਾ ਹੋਏਗਾ, ਪਨੀਰੀ ਉੱਤੇ ਤੈਰਦੀ ਰਹੇਗੀ, ਪੌਦੇ ਮਰ ਜਾਣਗੇ। ਜਿੱਥੇ ਪਾਣੀ ਖੜਾ ਨਹੀਂ ਹੋਏਗਾ, ਉੱਥੇ ਵੀ ਗਰਮੀ ਦੀ ਵਜ੍ਹਾ ਨਾਲ ਜਦੋਂ ਤੁਸੀਂ ਪਨੀਰੀ ਮੁੰਤਕਿਲ ਕਰਦੇ ਹੋ, ਪਨੀਰੀ ਨੂੰ ਇੱਕ ਸ਼ੌਕ ਆਉਂਦਾ, ਇੱਕ ਸਟ੍ਰੈਸ ਆਉਂਦਾ, ਇੱਕ ਦਬਾਅ 'ਚ ਜਾਂਦੀ ਹੈ, ਉੱਥੇ ਵੀ ਪਨੀਰੀ ਮਰੇਗੀ। ਤੇ ਕੋਸ਼ਿਸ਼ ਕਰਨਾ ਕਿ ਖੇਤ ਨੂੰ ਪਹਿਲੇ ਗੱਲ ਤਾਂ ਲੇਜ਼ਰ ਲੈਵਲ ਹੋਣਾ ਚਾਹੀਦਾ ਹੈ। ਖੇਤ ਨੂੰ ਪ੍ਰੋਪਰ ਤਰੀਕੇ ਨਾਲ ਤਿਆਰ ਕਰਨਾ ਚਾਹੀਦਾ ਹੈ ਕਿ ਉਹਨੂੰ ਇੱਕ ਹਫ਼ਤਾ ਪਹਿਲੇ ਪਾਣੀ ਲਾ ਦਿੱਤਾ ਜਾਏ, ਤੇ ਪਾਣੀ ਲਾ ਕੇ ਉਹਦਾ ਦੋਹਰਾ ਹਲ ਸੁਹਾਗਾ ਦਿੱਤਾ ਜਾਏ, ਫਿਰ 2-3 ਦਿਨ ਫਿਰ ਦੋਹਰਾ ਹਲ ਸੁਹਾਗਾ ਦਿੱਤਾ ਜਾਏ। ਤੇ ਜਦੋਂ ਤੁਸੀਂ ਖੇਤ 'ਚ ਪਨੀਰੀ ਮੁੰਤਕਿਲ ਕਰਨੀ ਤੇ ਉਸ ਟਾਈਮ ਪਾਣੀ ਦੀ ਸਤ੍ਹਾ 1 ਜਾਂ 1.5 ਇੰਚ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਮੈਂ ਵੇਖਿਆ ਕਿ ਲੋਕੀ ਕਿਸਾਨ ਭਰਾ ਪਨੀਰੀ ਮੁੰਤਕਿਲ ਕਰਦੇ ਨੇ ਤੇ ਗੋਡੇ ਗੋਡੇ ਪਾਣੀ ਖੜਾ ਹੁੰਦਾ ਹੈ, ਜੋ ਕਿ ਨੁਕਸਾਨ ਦਾ ਬਾਇਸ ਹੈਗਾ। ਇਸ ਵਾਸਤੇ ਜਦੋਂ ਪਨੀਰੀ ਮੁੰਤਕਿਲ ਕਰੋ ਤਾਂ ਖੇਤ ਦੇ ਪਾਣੀ ਦੀ ਸਤ੍ਹਾ 1 ਤੋਂ 1.5 ਇੰਚ ਹੋਣੀ ਚਾਹੀਦੀ ਹੈ। ਤੇ ਜਦੋਂ ਪਨੀਰੀ ਮੁੰਤਕਿਲ ਕਰੋ ਤੇ ਖਿਆਲ ਰੱਖੋ ਕਿ ਪੌਦਿਆਂ ਦੀ ਤਾਦਾਦ ਪੂਰੀ ਕਰੋ। ਇੱਕ 80,000 ਸੁਰਾਖ ਤੇ 1,60,000 ਪੌਦਾ ਹੋਣਾ ਚਾਹੀਦਾ ਹੈ, ਤੇ ਪਾਣੀ ਦੀ ਸਤ੍ਹਾ 1 ਤੋਂ 1.5 ਇੰਚ ਹੋਣੀ ਚਾਹੀਦੀ ਹੈ। ਜਦੋਂ 5-10 ਦਿਨ ਲੰਘ ਜਾਣ ਤੇ ਫਿਰ ਤੁਸੀਂ ਪਾਣੀ ਦੀ ਸਤ੍ਹਾ, ਜਦੋਂ ਤੁਹਾਡੀ ਪਨੀਰੀ ਸਟੇਬਲ ਹੋ ਜਾਏ, ਪਨੀਰੀ ਤੁਹਾਡੀ ਖਲੋ ਜਾਏ, ਪੌਦਾ ਖਲੋ ਜਾਏ, ਤੇ ਪਾਣੀ ਦੀ ਸਤ੍ਹਾ ਵਧਾ ਸਕਦੇ ਹੋ, ਲੇਕਿਨ 3 ਇੰਚ ਤੋਂ ਜ਼ਿਆਦਾ ਪਾਣੀ ਖੜਾ ਨਾ ਕਰੋ। ਜੀ ਨਾਜ਼ਰੀਨ, ਤੁਸੀਂ ਉਸਮਾਨ ਸਾਹਿਬ ਦੀ ਤਫਸੀਲੀ ਗੁਫ਼ਤਗੂ ਸੁਣੀ। ਇਹਨਾਂ ਨੇ ਪਨੀਰੀ ਲਗਾਉਣਾ ਔਰ ਪਨੀਰੀ ਦੀ ਮੁੰਤਕਿਲੀ ਜਿਹੜੀ ਹੈ ਉਹਦੇ ਬਾਰੇ ਤਫਸੀਲ ਦੇ ਨਾਲ ਦੱਸਿਆ। ਤੇ ਹੁਣ ਅਸੀਂ ਇਹ ਜਿਹੜਾ ਰਿਸਰਚ ਦਾ ਅਦਾਰਾ ਹੈ ਔਰ ਰਾਈਸ ਦੇ ਹਵਾਲੇ ਨਾਲ ਹੀ ਇਹ ਰਿਸਰਚ ਕਿਸ ਤਰ੍ਹਾਂ ਦੀ ਕਰ ਰਹੇ ਨੇ, ਇਹਨਾਂ ਦੀ ਰਿਸਰਚ ਲੈਬੋਰਟਰੀ ਜਾ ਕੇ ਦੇਖਦੇ ਹਾਂ। ਆਓ ਮੇਰੇ ਨਾਲ। ਨਾਜ਼ਰੀਨ, ਇਸ ਵੇਲੇ ਅਸੀਂ ਰਾਈਸ ਰਿਸਰਚ ਇੰਸਟੀਚਿਊਟ ਦੀ ਇੱਕ ਲੈਬ ਦੇ ਵਿੱਚ ਹੈ, ਇਹਨੂੰ DNA ਲੈਬ ਕਹਿੰਦੇ ਨੇ। ਇੱਥੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੀ ਰਿਸਰਚ ਹੋ ਰਹੀ ਹੈ ਚਾਵਲਾਂ ਦੇ ਹਵਾਲੇ ਨਾਲ, ਧਾਨ ਦੇ ਹਵਾਲੇ ਨਾਲ, ਔਰ ਉਹਦੀ ਪ੍ਰੋਡਕਸ਼ਨ ਵਧਾਉਣ ਵਾਸਤੇ ਇਹ ਅਦਾਰਾ ਜਿਹੜਾ ਹੈ ਇਹ ਕੀ ਕੁਛ ਕਰ ਰਿਹਾ ਹੈ। ਅਸੀਂ ਤੁਹਾਡੀ ਗੱਲ ਕਰਾਉਂਦੇ ਹਾਂ ਮੈਡਮ ਫਰੀਹਾ ਦੇ ਨਾਲ। ਜੀ ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਜੀ, ਜਿਸ ਤਰ੍ਹਾਂ ਮੈਂ ਦੱਸਿਆ ਹੈ ਕਿ ਇੱਥੇ ਤੁਸੀਂ ਕੀ ਕੁਛ ਕਰ ਰਹੇ ਹੋ, ਔਰ ਇਹ ਜਿਹੜੀ DNA ਲੈਬ ਹੈ ਇਹ ਕਿਸ ਤਰ੍ਹਾਂ ਸਾਡੀ ਪੈਦਾਵਾਰ ਜਿਹੜੀ ਹੈ ਧਾਨ ਦੀ बढ़ सकती है। असल में ये लैब जो है ना, हमारे जो अदारा है उसमें वैरायटी डेवलप करने के लिए एज अ टूल यूज़ हो रही है। ठीक है, जब हम फील्ड में अपने एक्सपेरिमेंट लगाते हैं, कोई भी रिसर्च करते हैं, कोई लाइनें डेवलप करवाना चाह रहे होते हैं, हम इस लैब में उनकी जेनेटिक बेसिस को जानते हैं। ठीक है, अगर किसी भी ट्रेड को हम स्टडी करना चाह रहे हैं, किसी स्ट्रेस को, जो कि चावलों में बहुत सी स्ट्रेसेस हैं, बायोटिक हैं, एबायोटिक स्ट्रेसेस हैं, उनको हम स्टडी करना चाह रहे हैं, तो उससे रिलेटेड जो है ना इस लैब में हम जेनेटिकली चेक करते हैं कि उन लाइनों के अंदर इस स्ट्रेस को फेस करने के लिए पोटेंशियल जेनेटिकली अवेलेबल है या नहीं है। तो इस तरह इसको हम कह सकते हैं कि अगर हमने कोई वैरायटी, कोई अच्छा कॉम्बिनेशन उधर से फील्ड में सेलेक्ट किया है, तो हम उसको जेनेटिकली इस लैब में चेक करते हैं कि उसमें उसकी बेसिस हैं, या अगर उसके अंदर कोई पॉजिटिव करैक्टर नज़र आ रहे हैं वो जस्ट इन्वायरमेंट की वजह से है कि जेनेटिकली भी उसके अंदर मौजूद। अच्छा, अब ਤੁਸੀਂ ਲਫ਼ਜ਼ ਲਿਆ ਸਟ੍ਰੈਸ ਦਾ, ਤੇ ਸਟ੍ਰੈਸ ਤੇ ਇਨਸਾਨਾਂ ਚ ਆਉਂਦਾ ਤੇ ਇਹਦੇ ਚ ਵੀ ਸਟ੍ਰੈਸ ਆ ਜਾਂਦਾ? जी बिल्कुल आता है, क्योंकि जिस तरह
इंसान है, इसी तरह चावल जो हैं ये एक प्लांट से निकलते हैं, और प्लांट जो जानदार हैं, तमाम जानदारों पे किसी भी किस्म का स्ट्रेस जो है ना वो असरअंदाज होता है, ठीक है। और इंसानों पे जिस तरह मुख्तलिफ स्ट्रेसेस असरअंदाज होते हैं, इसी तरह चावलों पे हीट का स्ट्रेस करता है, ज़्यादा पानी का, कम पानी का, और उसके अलावा बहुत सी बीमारियों का भी स्ट्रेस इस पे आता है। ਅੱਛਾ ਮੈਡਮ ਇਹ ਦੱਸੋ ਕਿ ਇਹ ਜਿਹੜੇ ਨੌਜਵਾਨ ਔਰ ਖਤੂਨ ਇਹ ਕੀ ਕਰ ਰਹੇ ਨੇ? मेरे पास ना ये स्टूडेंट्स भी इस लैब में आते हैं जो कि अपनी बीएससी की या एमएससी की रिसर्च जो है ना कंडक्ट करते हैं अपनी। ये जो हम लोग राइस को टेस्ट करना है ना, इसके लिए हमें सबसे पहले राइस का जो है ना डीएनए रिक्वायर्ड होता है, ठीक है। वो डीएनए का क्या है कि डीएनए की आइसोलेट किया जाता है राइस के सेल्स के अंदर से, ठीक है। अब वो राइस के सेल से डीएनए को आइसोलेट करने के लिए भी मुख्तलिफ प्रोसीजर्स हैं, जिसमें से हम लोग जो है ना आमतौर पर या तो फील्ड से सैंपल लेते हैं इन द फॉर्म ऑफ लीव्स, या फिर हम सीड लेते हैं। सीड के भी आगे से फर्दर 2 प्रोसीजर हम यूज़ कर सकते हैं। एक तो हम उसकी डायरेक्ट क्रशिंग करके पाउडर बना के उसमें से डीएनए आइसोलेट कर लें, या हमारे पास एक ग्रो चैम्बर्स है, उसके अंदर हम उसकी आर्टिफिशियल इन्वायरमेंट दे के ऑफ सीज़न में हम राइस की सीडलिंग को ग्रो करवा लेते हैं। ਨਾਜ਼ਰੀਨ ਇਸ ਵਕਤ ਅਸੀਂ ਪੈਥੋਲੋਜੀ ਲੈਬ ਦੇ ਵਿੱਚ ਮੌਜੂਦ ਹਾਂ ਤੇ ਦੇਖਦੇ ਹਾਂ ਕਿ ਪੈਥੋਲੋਜੀ ਲੈਬ ਦੇ ਵਿੱਚ ਧਾਨ ਦੀ ਫਸਲ ਦੀ ਪੈਦਾਵਾਰ ਵਧਾਉਣ ਵਾਸਤੇ ਇੱਥੇ ਕੀ ਕੰਮ ਕੀਤਾ ਜਾ ਰਿਹਾ ਹੈ। ਜੀ ਅਸਲਾਮ ਅਲੈਕੁਮ। ਵਾਲੇਕੁਮ अस्सलाम। ਡਾਕਟਰ ਆਇਸ਼ਾ, ਤੁਸੀਂ ਕੀ ਕਹੋਗੇ ਕਿ ਇਹ ਜਿਹੜਾ ਤੁਸੀਂ ਇੱਥੇ ਪੈਥੋਲੋਜੀ ਲੈਬ ਬਣਾਈ ਹੈ ਔਰ ਇੱਥੇ ਤੁਸੀਂ ਕੰਮ ਕਰ ਰਹੇ ਹੋ, ਤੇ ਸਾਨੂੰ ਕਿਸ ਤਰ੍ਹਾਂ ਇਹਦਾ ਫਾਇਦਾ ਮਿਲ ਰਿਹਾ ਤੁਹਾਡੀ ਇਸ ਲੈਬ ਦਾ? हम लोग प्लांट पैथोलॉजी लैब में राइस रिसर्च इंस्टीट्यूट काला शकाकू में हम लोग मुख्तलिफ़ फील्ड से सैंपल लेकर आते हैं। यहाँ पर हम उन्हें प्रिजर्व भी करते हैं और उनकी जो है आइसोलेशन करते हैं। पैथोजन जो कि जरसूमा भी हो सकता है, कोई फफूंदी का जरासीम भी हो सकता है, जो कि हम लोग यहाँ पे उनकी आइसोलेशन करते हैं, सब कल्चरिंग करते हैं और उसकी शनाख्त करते हैं कि वो कौन सा ऐसा बीमारी पैदा करने वाला जो है वो जरासीम है। तो उसकी यहीं पर हम लोग माइक्रोस्कोपी भी करते हैं। हमारे पास यहाँ पर हर तरह की फैसिलिटी मौजूद है। हम बायोकेमिकल एनालिसिस भी करते हैं और उसके बाद अगर हमें मॉलिक्यूलर लेवल पे जाना पड़े तो हमारे पास मार्कर असिस्टेड सिलेक्शन लैब भी है, जहाँ से हम मॉलिक्यूलर की खिदमात भी ले लेते हैं। ਨਾਜ਼ਰੀਨ, ਹੁਣ ਅਸੀਂ ਇੱਕ ਹੋਰ ਲੈਬ ਦੇ ਵਿੱਚ ਆਏ ਹਾਂ, ਦੇਖਦੇ ਹਾਂ ਕਿ ਇੱਥੇ ਕੀ ਪ੍ਰੋਸੈਸ ਹੋ ਰਿਹਾ ਹੈ ਤੇ ਮੋਹਸਨ ਸਾਹਿਬ ਨੂੰ ਪੁੱਛਦੇ ਹਾਂ। ਜੀ ਮੋਹਸਨ ਸਾਹਿਬ। ਜੀ ਅਸਲਾਮ ਵਾਲੇਕੁਮ ਜੀ। ਇਹ ਸਰ ਸਾਡੀ ਮਿਲਿੰਗ ਟੈਕਨੋਲੋਜੀ ਲੈਬ ਹੈ। ਇਹ ਇਸ ਲੈਬੋਰਟਰੀ ਦਾ ਬੁਨਿਆਦੀ ਤੌਰ 'ਤੇ ਮਕਸਦ ਹੈ ਵੇ ਕਿ ਜਿਹੜੇ ਅਸੀਂ ਚਾਵਲ ਦੇ ਤਜਰਬਾਤ ਕਰਨੇ ਆ ਔਰ ਡਿਫਰੈਂਟ ਕ੍ਰੌਪਸ ਜਿਹੜੀਆਂ ਨੇ ਉਹਦੀ ਅਸੀਂ ਲਗਾਉਂਦੇ ਹਾਂ, ਉਹਨੂੰ ਅਸੀਂ ਮੁੰਜੀ ਦੀ ਫਾਰਮ 'ਚ ਇੱਥੇ ਲੈ ਕੇ ਆਉਂਦੇ ਹਾਂ ਔਰ ਉਸ ਤੋਂ ਬਾਅਦ ਉਹਨੂੰ ਅਸੀਂ ਛੜਾਉਂਦੇ ਹਾਂ, ਮਤਲਬ ਉਹਦੀ ਮਿਲਿੰਗ ਕਰਨੇ ਆ। ਪਹਿਲੇ ਉਹਦੇ ਉੱਤੇ ਵਾਲਾ ਜਿਹੜਾ ਛਿਲਕਾ ਹਸਕ ਉਹਨੂੰ ਉਤਾਰਨੇ ਆ। ਬਰਾਊਨ ਰਾਈਸ ਨੂੰ ਬਾਅਦ ਅਸੀਂ ਇੱਕ ਹੋਰ ਮਸ਼ੀਨ 'ਚ ਉਹਨੂੰ ਡਾਲਨੇ ਆ, ਉਹਦਾ ਨਾਂ ਹੈ ਪੋਲਿਸ਼ਰ ਜਾਂ ਵਾਈਟਨਰ। ਉੱਥੇ ਪੋਲਿਸ਼ ਕਰੀ ਦੀ ਹੈ। ਪੋਲਿਸ਼ ਕਰਨ ਤੋਂ ਬਾਅਦ ਉਹ ਫਿਰ ਚਾਵਲ ਜਿਹੜਾ ਸਾਨੂੰ ਸਫੈਦ ਕਿਸਮ ਦੀ ਰੰਗਤ 'ਚ ਜਿਹੜਾ ਨਾ ਹਾਸਲ ਹੋ ਜਾਂਦਾ, ਜਿਹਨੂੰ ਅਸੀਂ ਵਾਈਟ ਰਾਈਸ ਕਹਿੰਦੇ ਹਾਂ। ਉਸ ਵਾਈਟ ਰਾਈਸ ਦੇ ਵਿੱਚ ਬਰੋਕਨ ਰਾਈਸ ਵੀ ਹੁੰਦਾ ਹੈ ਔਰ ਸਾਬਤ ਚਾਵਲ ਵੀ ਹੁੰਦਾ ਹੈ। ਉਹਨੂੰ ਫਿਰ ਅਸੀਂ ਇੱਕ ਤੀਸਰੀ ਮਸ਼ੀਨ 'ਚ ਜਿਹੜਾ ਨਾ ਅਸੀਂ ਉਹ ਡਾਲ ਕੇ ਅਸੀਂ ਉਹਦਾ ਟੋਟਾ ਅਲੱਗਾ ਚੈੱਕ ਕਰਨੇ ਆ ਔਰ ਉਹਦਾ ਸਾਬਤ ਚਾਵਲ ਜਿਹੜਾ ਜੀ ਉਹ ਅਲੱਗਾ ਚੈੱਕ ਕਰਨੇ ਆ। ਤੇ ਮੋਹਸਨ ਸਾਹਿਬ, ਇਹ ਜਿਹੜਾ ਇੱਥੇ ਜਿਹੜਾ ਅਮਲ ਹੋ ਰਿਹਾ ਹੈ, ਮੇਰਾ ਕੈਮਰਾ ਦਿਖਾ ਰਿਹਾ ਹੈ, ਇਹ ਚਾਵਲ ਨੂੰ ਅਲੱਗ-ਅਲੱਗ ਵੀ ਕਰ ਰਹੇ ਨੇ ਔਰ ਮੇਜਰਿੰਗ ਵੀ ਹੋ ਰਹੀ ਹੈ। ਇਹਦਾ ਮਕਸਦ ਕੀ? ਜੀ ਸਰ, ਇਹ ਜਿਹੜੀ ਸਾਡੇ ਲੈਬੋਰਟਰੀ ਐਨਾਲਿਸਟ ਕੰਮ ਕਰ ਰਹੇ ਨੇ, ਇਹ ਬੇਸਿਕਲੀ ਚਾਵਲ ਦੀ ਇੱਕ ਤਾਂ ਲੈਂਥ ਚੈੱਕ ਕਰ ਰਹੇ ਨੇ, ਕਿਉਂਕਿ ਤੁਸੀਂ ਜਾਣਦੇ ਹੋ ਕਿ ਸਾਡਾ ਜਿਹੜਾ ਬਾਸਮਤੀ ਚਾਵਲ ਹੈਗਾ, ਇਹ ਆਪਣੀ ਖੁਸ਼ਬੂ ਔਰ ਅਰੋਮੇ ਦੇ ਨਾਲ ਨਾਲ ਆਪਣੀ ਜਿਹੜੀ ਪੱਕਣ ਤੋਂ ਬਾਅਦ ਜਿਹੜੀ ਇਹਦੀ ਲੈਂਥ ਆਉਂਦੀ ਹੈ ਪਕਾਈ ਤੋਂ ਬਾਅਦ, ਉਹਦੇ 'ਚ ਵੀ ਇਹ ਦੁਨੀਆ 'ਚ ਮਸ਼ਹੂਰ ਹੈਗਾ। ਔਰ ਇਹ ਜਿਹੜੇ ਵਰਕਰਸ ਨੇ ਸਾਡੇ ਲੈਬੋਰਟਰੀ ਐਨਾਲਿਸਟ ਨੇ, ਇਹ ਇਹੀ ਕੰਮ ਕਰ ਰਹੇ ਕਿ ਪਹਿਲੇ ਕੱਚੇ ਚਾਵਲ ਦੀ ਲੈਂਥ ਲੈ ਰਹੇ ਨੇ, ਫਿਰ ਉਸੇ ਚਾਵਲ ਨੂੰ ਪਕਾ ਕੇ ਫਿਰ ਉਹਦੇ ਪੱਕੇ ਹੋਏ ਚਾਵਲ ਦੀ ਲੈਂਥ ਲੈ ਕੇ ਉਹਦੀ ਐਵਰੇਜ ਲੈ ਕੇ ਤੇ ਉਹਨੂੰ ਕਾਊਂਟ ਕਰ ਰਹੇ ਨੇ। ਬੇਸਿਕਲੀ ਇਹ ਸਾਡੇ ਰੂਟੀਨ ਦਾ ਲੈਬੋਰਟਰੀ ਜਿਹੜਾ ਪ੍ਰੋਸੀਜਰ ਹੈਗਾ। ਇਸ ਤੋਂ ਹੁਣ ਇਹ ਪਤਾ ਚੱਲਦਾ ਕਿ ਕਿਹੜੇ ਚਾਵਲ ਦੀ ਲੰਬਾਈ ਜ਼ਿਆਦਾ ਹੈ, ਉਹ ਫਿਰ ਜਿਹੜੇ ਚਾਵਲ ਦੀ ਲੰਬਾਈ ਜ਼ਿਆਦਾ ਹੁੰਦੀ ਹੈ ਫਿਰ ਅਸੀਂ ਉਹਨੂੰ ਅੱਗੇ ਲੈ ਕੇ ਜਿਹੜਾ ਨਾ ਆਉਂਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ। ਨਾਜ਼ਰੀਨ, ਤੁਸੀਂ ਧਾਨ ਦੀ ਫਸਲ ਤੇ ਉਹਦੀ ਪਨੀਰੀ ਬਾਰੇ ਤੁਸੀਂ ਗੁਫ਼ਤਗੂ ਮੁਲਾਜ਼ਾ ਕੀਤੀ। ਅਸੀਂ ਉਮੀਦ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਮਾਹਿਰੀਨ ਨੇ ਕਿਹਾ, ਜਿਹੜਾ ਤਰੀਕਾ ਦੱਸਿਆ ਹੈ, ਉਹਦੇ ਮੁਤਾਬਕ ਹੀ ਅਗਰ ਤੁਸੀਂ ਆਪਣਾ ਪਨੀਰੀ ਦੀ ਕਾਸ਼ ਕਰੋਗੇ ਔਰ ਪਨੀਰੀ ਮੁੰਤਕਿਲ ਕਰੋਗੇ ਤੇ ਫਿਰ ਜ਼ਿਆਦਾ ਪੈਦਾਵਾਰ ਲੈ ਸਕੋਗੇ।
ਇਹਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ। ਇਜਾਜ਼ਤ ਦਿਓ। ਅੱਲਾ ਬੇਲਾ।